जन मान पर तख गुरु निस्तारै। बाणी बिरलो विचारसी जे को गुरमुख होए। एह बाणी महापुरख की निज घर वासा होए। मारो सोलहे महला पंजवा। एक ओंकार सतगुर प्रसाद। जाचै सिद्ध साधक बनवासी। जाचै जति सती सुख वासी। एक दतार सगल है जाचक। देह दान सृष्टि जाहे। करै भगत अर रंग अपारा। खिन मैं थाप उथापन हारा। पारो तोल बेअंत सुवामी। हुकम मन भगति जाहे। जिस देह दर्श सोई तुद जाने। ओह गुर कै शब्द सदा रंग माणे। चतुर स्वरूप सियाणा सोई। जो मन तेरा भावी जाहे। जिस चीत आवें सो बेपरवाह। जिस चीत आवें सो साचा शाह। जिस चीत आवें तिस भौ केहा। अवर कहाँ किछ की जाहे। तृष्णा बूझी अंतर ठंडा। गुर पूरै लह टूटा गंडा। सुरत शब्द रिद अंतर जागी। अम्यों चोल चोल पी जाहे। मरै नाही सद सद ही जीवै। अमर भया अविनाशी थीवै। ना को आवे ना को जावे। गुर दूर किया परमी जाहे। पूरे गुर की पूरी बाणी। पूरे लागा पूरे माहे समाणी। चढ़ै सवाया
नित रंगम कटै नाही तुली जाहे। बारह कंचन शुद्ध कराय नदर शराब वन्नी सचढ़ाया। परख खजाने पाया सराफी फिर नाही तई जाहे। अमृत नाम तुम्हारा स्वामी नानक दास सदा कुर्बानी। संत संग महासुख पाया देख दर्शन एह मन पीजाहे। अमृत नाम तुम्हारा स्वामी नानक दास सदा कुर्बानी। संत संग महासुख पाया देख दर्शन एह मन पीजाहे। वाहिगुरु जी का खालसा वाहिगुरु जी की फतेह। इस पावन शब्द दे 17 बंद हैं। 8 बंदा दी विचार आपां कल सरवण कीती सी। जो 9 बंद अज बचे हैं इन्हां दी विचार सत्कारयोग बाबा सतनाम सिंह जी अस्थान नानकसर जो रजिंदर नगर जिसनों आपां पहाड़ी वाला स्थान कहने आ उस स्थान तो महापुरुष अज की कथा की सेवा उन्होंने निभानी है। साहिबे कमाल बादशाह दरवेश धन धन श्री गुरु गोबिंद सिंह पातशाह महाराज जी का अज जोत समाउण दा गुरपुरब है। अनंत बख्शिशा साडे ते करन वाले सतगुरु अज दा दिन सी 1708 विच जदों अबचल नगर हजूर साहिब नादेड़ की धरती तो सचखंड बयाना कीते सन। ज्योति जोत समाउण तो पहला उन्होंने सानू गुरु ग्रंथ साहब महाराज दे लड़ लाया सी जो असी ये पावन गुरपुरब थोड़े दिन पहला असी मना के हटे हाँ। 21 तरीक नूं कि सब सिखन को हुक्म है गुरु मान्यो ग्रंथ। सो आओ अगले समय वास्ते गुरबाणी विचार बाबा सतनाम सिंह जी नानकसर वाले पासों सरवण करिए जी। वाहिगुरु जी का खालसा वाहिगुरु जी की फतेह। सतनाम वाहिगुरु साहिब जीओ। दंडौत बंदन अनक बार सर्ब कला समरथ डोलन ते राखो प्रभु
ਨਾਨਕ ਦੇ ਕਰ ਹੱਥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਮੈਂ ਨਾਹੀ ਕਿਛ ਹੋ ਨਾਹੀ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਸਤਿਗੁਰੂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਰ ਰੋਜ਼ ਦੇ ਨੇਮ ਮੁਤਾਬਕ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ ਹੈ। ਹੁਣ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਅੱਜ ਦਾ ਸ਼ਬਦ ਜਿਸ ਦੇ ਪਿਛਲੇ 9 ਪਦਿਆਂ ਦਾ ਪਾਠ ਹੁਣੇ ਹੁਣ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਉਹਨਾਂ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕਰ ਸਕੀਏ। ਆਪ ਸਭ ਸਿੱਖ ਸੰਗਤ ਅਸੀਸ ਬਖਸ਼ਿਸ਼ ਕਰੋ ਤੇ ਗੁਰਮਤਿ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲੇ ਸਾਰੇ ਹੀ ਆਪਾਂ ਸਾਹਿਬਾਂ ਦੇ ਪਾਵਨ ਚਰਨਾਂ ਤੇ ਨਿਵਾਈਏ ਸੀਸ ਤੇ ਗੁਰੂ ਬਖਸ਼ੀ ਫਤਿਹ ਸਾਂਝੀ ਕਰਦਿਆਂ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਜਾਚਹਿ ਸਿੱਧ ਸਾਧਕ ਬਨਵਾਸੀ ਜਾਚਹਿ ਜਤੀ ਸਤੀ ਸੁਖ ਵਾਸੀ। ਸਤਿਗੁਰੂ ਜੀ ਇਸ ਪਾਵਨ ਸ਼ਬਦ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1074 ਤੇ ਸ਼ਸ਼ੋਭਤ ਹੈ, ਫੁਰਮਾਨ ਕਰਦੇ ਨੇ ਕਿ हे ਪਰਮੇਸ਼ਰ ਜੀ, ਆਪ ਜੀ ਤੋਂ ਸਾਰੇ ਹੀ ਬਨਾਂ ਵਿੱਚ ਵਸਣ ਵਾਲੇ ਜਿਹੜੇ ਪਹੁੰਚੇ ਹੋਏ ਪੁੱਗੇ ਹੋਏ ਸਿੱਧ ਨੇ। ਸਿੱਧ ਕਿਹਾ ਜਾਂਦਾ ਹੈ ਜੋ ਮਨੁੱਖ ਪੁੱਗ ਜਾਂਦਾ ਹੈ, ਉਹ ਵੀ ਤੇਰੇ ਤੋਂ ਮੰਗਦੇ ਨੇ ਤੇ ਅਜੇ ਸਾਧਨਾ ਕਰ ਰਹੇ, ਜੋ ਸਾਧਨਾ ਦੇ ਦੌਰਾਨ ਨੇ, ਪਹੁੰਚੇ ਨਹੀਂ ਪਰ ਸਾਧਨਾ ਕਰ ਰਹੇ ਨੇ, ਉਹ ਵੀ ਤੇਰੇ ਤੋਂ ਮੰਗਦੇ ਨੇ। ਜਾਚਹਿ ਜਤੀ ਸਤੀ ਸੁਖ ਵਾਸੀ। हे ਪਰਮੇਸ਼ਰ ਜੀ, ਤੁਹਾਨੂੰ ਜਤ ਰੱਖਣ ਵਾਲੇ, ਕਾਮ ਵਾਸ਼ਨਾ ਨੂੰ ਕਾਬੂ ਵਿੱਚ ਕਰਨ ਵਾਲਿਆਂ ਨੂੰ ਜਤੀ ਆਖਿਆ ਜਾਂਦਾ ਹੈ। ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰਨ ਵਾਲਿਆਂ ਨੂੰ ਸਤੀ ਆਖਿਆ ਜਾਂਦਾ ਹੈ।
ਜਤੀ ਵੀ ਸਤੀ ਵੀ, ਜਿਹੜੇ ਕਿ ਆਤਮਿਕ ਸੁਖ ਵਿੱਚ ਨਿਵਾਸ ਕਰਦੇ ਨੇ, ਉਹ ਵੀ ਹੇ ਵਾਹਿਗੁਰੂ ਜੀ ਤੁਹਾਡੇ ਦਰ ਤੋਂ ਹੀ ਜਾਚਨਾ ਕਰਦੇ ਨੇ, ਤੁਹਾਡੇ ਤੋਂ ਹੀ ਮੰਗਦੇ ਨੇ। ਇੱਕ ਦਾਤਾਰ ਸਗਲ ਹੈ ਜਾਚਕ, ਦੇਹ ਦਾਨ ਸ੍ਰਿਸ਼ਟੀ ਜਾਹੇ। ਹੇ ਵਾਹਿਗੁਰੂ ਤੁਸੀਂ ਇੱਕੋ ਇੱਕ ਹੀ ਦਾਤੇ ਹੋ, ਬਾਕੀ ਤੇ ਸਾਰੀ ਜੋ ਸ੍ਰਿਸ਼ਟੀ ਹੈ ਉਹ ਤੁਹਾਡੇ ਤੋਂ ਦਾਨ ਮੰਗਣ ਵਾਲੀ ਹੈ, ਦਾਨ ਲੈਣ ਵਾਲੀ ਹੈ। ਦਾਤੇ ਕੇਵਲ ਤੁਸੀਂ ਹੋ। ਸਾਧ ਸੰਗਤ, ਸਾਹਿਬ ਬਚਨ ਕਰਦੇ ਨੇ ਕਿ ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਪਾਵਨ ਸਵਈਏ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਹਿਬ ਫਰਮਾਨ ਕਰਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਤਿਪ। ਪਛ ਮੈਨੇ ਪੰਛੀ, ਪਸ਼ੂ, ਨਗ ਮੈਨੇ ਪਹਾੜ, ਨਰਾਤਿਪ ਭਾਵ ਜੋ ਕਿ हे ਪਰਮੇਸ਼ਰ ਜੀ ਜੋ ਰਾਜੇ ਮਹਾਰਾਜੇ ਨੇ ਉਹ ਵੀ ਤੇਰੇ ਪਾਸੋਂ ਮੰਗਦੇ ਨੇ। ਪਛ ਪਸ਼ੂ ਨਗ ਨਾਗ ਨਰਾਤਿਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। हे ਪਰਮੇਸ਼ਰ ਜੀ ਜੋ ਜਲ ਵਿੱਚ ਨੇ ਜੰਤ, ਉਹਨਾਂ ਦੀ ਵੀ ਪੋਸ਼ਣਾ, ਉਹਨਾਂ ਨੂੰ ਵੀ ਭੋਜਨ ਤੁਸੀਂ ਪਹੁੰਚਾਉਂਦੇ ਹੋ। ਜੋ ਥਲਾਂ ਵਿੱਚ ਵਸਦੇ ਨੇ ਉਹਨਾਂ ਨੂੰ ਵੀ ਆਪ ਜੀ ਰਿਜ਼ਕ ਦਿੰਦੇ ਹੋ, ਲੇਕਿਨ ਦੇਣ ਤੋਂ ਪਹਿਲਾਂ ਆਪ ਜੀ ਕਿਸੇ ਦੇ ਕਰਮ ਨਹੀਂ ਵਿਚਾਰਦੇ। ਜੋ ਕਲਯੁਗ ਦੇ ਅਧੀਨ ਭਾਵ ਬੁਰਾਈ ਦੇ ਅਧੀਨ ਕੀਤੇ ਗਏ ਕਰਮ ਨੇ, ਬੁਰੇ ਕਰਮ, ਉਹਨਾਂ ਨੂੰ ਦੇਖਦੇ ਨਹੀਂ, ਕਿਉਂਕਿ ਤੁਸੀਂ ਐਸੇ ਦਾਤੇ ਹੋ ਦੀਨ ਦਇਆਲ ਦਇਆ ਨਿਧ। ਦਇਆ ਨਿਧ ਭਾਵ ਤੁਸੀਂ ਦਇਆ ਦੇ ਖਜ਼ਾਨੇ ਹੋ। ਤੁਸੀਂ ਦੀਨਾਂ ਤੇ ਰੀਝ ਜਾਣ ਵਾਲੇ ਹੋ, ਦਇਆਲੂ ਹੋ, ਦਇਆ ਕਰਨ ਵਾਲੇ ਹੋ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨ ਹਾਰੇ। ਉਹ ਕਹਿੰਦੇ ਦੋਖਨ ਭਾਵ ਜੋ ਬੁਰੇ ਕਰਮ ਨੇ, ਗੁਨਾਹ ਨੇ, ਉਹਨਾਂ ਨੂੰ ਦੇਖਦਾ ਤੇ ਹੈ, ਪਰ ਫਿਰ ਵੀ ਦੇਣਾ ਬੰਦ ਨਹੀਂ ਕਰਦਾ। ਅਸੀਂ ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਕਰਦੇ ਹਾਂ, ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੀ। ਕਹਿੰਦੇ ਉਹ ਦਾਤਾ ਜੁਗਾਂ ਤੋਂ ਲੈ ਕੇ, ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਲੈ ਕੇ ਦੇਈ ਜਾ ਰਿਹਾ ਹੈ, ਦੇਈ ਜਾ ਰਿਹਾ ਹੈ। ਉਹ ਕੇਵਲ ਇੱਕੋ ਇੱਕ ਦਾਤਾ ਹੈ। ਬਾਕੀ ਤੇ ਸੰਸਾਰ ਵਿੱਚ ਭਾਵੇਂ ਉਹ ਕਿੰਨੀ ਮਾਇਆ ਦਾਨ ਕਰਨ ਵਾਲੇ ਹੋਣ, ਜਾਇਦਾਦ ਦਾਨ ਕਰਨ ਵਾਲੇ ਹੋਣ, ਗੁਰੂ ਸਾਹਿਬ ਜੀ ਕਹਿੰਦੇ ਸਾਰੇ ਮੰਗਤਿਆਂ ਦੀ ਕਤਾਰ ਵਿੱਚ ਆ ਜਾਂਦੇ ਨੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਰਹਿ ਭਗਤ ਅਰ ਰੰਗ ਅਪਾਰਾ, ਖਿਨ ਮਹਿ ਥਾਪ ਉਥਾਪਨ ਹਾਰਾ। हे ਪਰਮੇਸ਼ਰ ਜੀ, ਅਣਗਿਣਤ ਜੀਵ ਤੇਰੀ ਭਗਤੀ ਕਰਦੇ ਨੇ ਤੇ ਤੇਰੇ ਨਾਲ ਪ੍ਰੇਮ ਕਰਦੇ ਨੇ। ਜੋ ਰੰਗ ਹੈ, ਰੰਗ ਦੇ ਅਰਥ ਗੁਰਬਾਣੀ ਵਿੱਚ ਪ੍ਰੇਮ ਵੀ ਕੀਤੇ ਗਏ ਨੇ, ਰੰਗ ਦੇ ਅਰਥ ਆਨੰਦ ਵੀ ਕੀਤੇ ਗਏ ਨੇ। हे ਪਰਮੇਸ਼ਰ ਜੀ, ਜੋ ਤੇਰੀ ਭਗਤੀ ਕਰਦੇ ਨੇ ਉਹ ਤੇਰੇ ਨਾਲ ਪ੍ਰੇਮ ਕਰਦੇ ਨੇ, ਕਿਉਂਕਿ ਪ੍ਰੇਮ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ। ਅਸੀਂ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਦੇ ਪਾਵਨ ਬਚਨ ਕਿ ਜੋ ਭਾਉ ਹੈ, ਭਾਉ ਕਹਿੰਦੇ ਨੇ ਭਾਵਨਾ ਨੂੰ, ਪ੍ਰੇਮ ਨੂੰ, ਇਹਦੇ ਬਿਨਾ ਭਗਤੀ ਨਹੀਂ ਹੋ ਸਕਦੀ। ਤੇ ਇਹ ਜਿਹੜਾ ਭਾਉ ਹੈ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਿ ਸਾਧ ਸੰਗਤ ਤੋਂ ਬਿਨਾ ਭਾਵਨਾ ਪੈਦਾ ਹੀ ਨਹੀਂ ਹੁੰਦੀ। ਸੋ ਅਸੀਂ ਸਾਰੇ ਜੋ ਗੁਰੂ ਦੀ ਗੋਦ ਵਿੱਚ ਬੈਠੇ ਹਾਂ,
ਸਾਧ ਸੰਗਤ ਰੂਪ ਵਿੱਚ ਇਕੱਤਰਿਤ ਹੋਏ ਹਾਂ। ਸਾਰੇ ਹੀ ਅਸੀਂ ਆਪਣੇ ਮਨ ਵਿੱਚ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਭਾਵਨਾ ਦਾ ਪ੍ਰਸਾਦ ਗੁਰੂ ਪਾਸੋਂ ਲੈਣ ਵਾਸਤੇ ਆਉਂਦੇ ਹਾਂ। ਸਾਹਿਬ ਕਹਿੰਦੇ ਨੇ ਕਿ ਜੋ ਤੇਰੀ ਭਗਤੀ ਕਰਦੇ ਨੇ ਉਹ ਅਸਲ ਵਿੱਚ ਤੇਰੇ ਨਾਲ ਹੈ ਪਰਮੇਸ਼ਰ ਜੀ ਪ੍ਰੇਮ ਵੀ ਕਰਦੇ ਨੇ। ਸਾਹਿਬ ਅੱਗੇ ਫਰਮਾਨ ਕਰਦੇ ਨੇ, ਖਿਨ ਮਹਿ ਥਾਪ ਉਥਾਪਨ ਹਾਰਾ। ਇੱਕ ਖਿਨ ਵਿੱਚ ਹੀ ਉਹ ਪਰਮੇਸ਼ਰ ਇਸ ਸਾਰੇ ਪਸਾਰੇ ਨੂੰ, ਜੋ ਸ੍ਰਿਸ਼ਟੀ ਦਾ ਪਸਾਰਾ ਉਹਨੇ ਪਸਾਰਿਆ ਹੈ, ਇੱਕ ਛਿਨ ਵਿੱਚ ਹੀ ਇਸ ਪਸਾਰੇ ਨੂੰ ਪਸਾਰ ਦਿੰਦਾ ਹੈ ਤੇ ਇੱਕ ਛਿਨ ਵਿੱਚ ਹੀ ਇਸ ਸਾਰੇ ਪਸਾਰੇ ਨੂੰ ਉਹ ਖਤਮ ਵੀ ਕਰ ਦਿੰਦਾ ਹੈ। ਅਸੀਂ ਪੜ੍ਹਦੇ ਹਾਂ ਸ੍ਰੀ ਚੌਪਈ ਸਾਹਿਬ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰ। ਜਦੋਂ ਪਰਮੇਸ਼ਰ ਨੇ ਆਪਣੀ ਅੱਖ ਖੋਲੀ ਉਸੇ ਵੇਲੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋ ਗਿਆ। ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਦੋਂ ਤੁਸੀਂ ਇਸ ਸਾਰੇ ਪਸਾਰੇ ਨੂੰ ਆਪਣੇ ਵੱਲ ਖਿੱਚ ਲੈਂਦੇ ਹੋ ਤੇ ਸਾਰਾ ਕੁਝ ਤੁਹਾਡੇ ਵਿੱਚ ਸਮਾ ਜਾਂਦਾ ਹੈ। हे ਪਰਮੇਸ਼ਰ ਜੀ, ਸ੍ਰਿਸ਼ਟੀ ਨੂੰ ਪੈਦਾ ਕਰਨਾ ਤੇ ਸ੍ਰਿਸ਼ਟੀ ਨੂੰ ਖਤਮ ਕਰ ਦੇਣਾ, ਲੈ ਕਰ ਦੇਣਾ, ਇਹ ਤੁਹਾਡੇ ਇੱਕ ਛਿਨ ਦਾ ਹੀ ਕੰਮ ਹੈ। ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ। ਜਿਸ ਪਰਮੇਸ਼ਰ ਦਾ ਤੋਲ ਬਹੁਤ ਭਾਰਾ ਹੈ, ਭਾਵ ਕਿ ਉਹ ਪਰਮੇਸ਼ਰ ਬੇਅੰਤ ਤਾਕਤਾਂ ਦਾ, ਸ਼ਕਤੀਆਂ ਦਾ ਮਾਲਕ ਹੈ। ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ। ਜਿਹੜੇ ਉਸ ਵਾਹਿਗੁਰੂ ਦਾ ਹੁਕਮ ਮੰਨਦੇ ਨੇ ਉਹੀ ਉਸ ਪਰਮੇਸ਼ਰ ਦੇ ਭਗਤ ਬਣਦੇ ਨੇ। ਹੁਕਮ ਮੰਨ ਕੇ ਹੀ ਭਗਤ ਬਣਿਆ ਜਾ ਸਕਦਾ ਹੈ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦੇ ਅੰਦਰ ਪ੍ਰਮੁੱਖਤਾ ਉਸ ਵਾਹਿਗੁਰੂ ਦੇ ਹੁਕਮ ਵਿੱਚ ਰਹਿਣ ਨੂੰ ਦਿੱਤੀ ਹੈ। ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਕੋਈ ਸਚਿਆਰ ਬਣਨ ਦਾ ਤਰੀਕਾ ਦੱਸੋ। ਆਪ ਜੀ ਕਿਸੇ ਮਨੁੱਖ ਨੂੰ ਜੋ ਪਰਮਾਰਥ ਦੀ ਮੰਜ਼ਲ ਤੇ ਰਸਤੇ ਤੇ ਤੁਰਿਆ ਹੋਇਆ ਹੈ, ਉਹਨੂੰ ਆਪਣੀ ਮੰਜ਼ਲ ਪ੍ਰਾਪਤ ਕਰਨ ਦਾ ਕੋਈ ਤਰੀਕਾ, ਕੋਈ ਕਰਮ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰੋ। ਕਿ ਸੌਚ ਇਸ਼ਨਾਨ ਕਰ ਲੈਣ ਨਾਲ ਬੰਦਾ ਸਚਿਆਰ ਬਣ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਨਹੀਂ। ਫਿਰ ਕਹਿੰਦੇ ਕੀ ਜੀ, ਮੌਨ ਧਾਰਨ ਕਰਕੇ ਬੈਠ ਜਾਣ ਨਾਲ ਕੀ ਬੰਦਾ ਸਚਿਆਰ ਬਣ ਸਕਦਾ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ। ਮੌਨ ਧਾਰਨ ਕਰਨ ਵਾਲਿਆਂ ਦਾ ਮਨ ਬੋਲਦਾ ਰਹਿੰਦਾ ਹੈ, ਕਿਉਂਕਿ ਮੌਨ ਧਾਰਨ ਕਰਨ ਵਾਲੇ ਜਦੋਂ ਕਿਸੇ ਨਾਲ ਗੱਲ ਕਰਦੇ ਨੇ ਜ਼ੁਬਾਨ ਤੋਂ ਨਹੀਂ ਬੋਲਦੇ, ਲਿਖ ਕੇ ਦੱਸ ਦਿੰਦੇ ਨੇ। ਜੇ ਲਿਖ ਦਿੱਤਾ, ਲਿਖੀ ਉਹ ਚੀਜ਼ ਜਾਏਗੀ ਜਿਸ ਦਾ ਵਿਚਾਰ ਪਹਿਲਾਂ ਤੁਹਾਡੇ ਅੰਦਰ ਬਣ ਚੁੱਕਾ ਹੈ। ਇਹਦਾ ਮਤਲਬ ਮਨ ਮੋਨੀ ਨਹੀਂ ਹੁੰਦਾ। ਜ਼ੁਬਾਨ ਨੂੰ ਤਾਲਾ ਲਾ ਲੈਣ ਨਾਲ, ਬੰਦ ਕਰਕੇ ਬੈਠ ਜਾਣ ਨਾਲ ਮਨ ਚੁੱਪ ਕਰਕੇ ਨਹੀਂ ਬੈਠਦਾ। ਫਿਰ ਸਤਿਗੁਰੂ ਜੀ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ, ਭੁੱਖੇ ਰਹਿਣ ਨਾਲ, ਵਰਤ ਰੱਖਣ ਨਾਲ ਕੀ ਸਚਿਆਰ ਬਣਿਆ ਜਾ ਸਕਦਾ ਹੈ? ਸਾਹਿਬ ਕਹਿੰਦੇ ਨਹੀਂ। ਸਰੀਰ ਨੂੰ ਭੁੱਖਾ ਰੱਖਣ ਨਾਲ ਮਨ ਦੀ ਭੁੱਖ ਨਹੀਂ ਉਤਰ ਜਾਂਦੀ। ਮਨ ਤੇ ਹਮੇਸ਼ਾ ਭੁੱਖਾ ਹੀ ਰਹਿੰਦਾ ਹੈ। ਮਨ ਦੀ ਭੁੱਖ ਤੇ ਕੇਵਲ ਪਰਮੇਸ਼ਰ ਦੇ ਨਾਮ ਨਾਲ ਉਤਰਦੀ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪੜ੍ਹਦੇ ਹਾਂ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਕਹਿੰਦੇ ਗੁਰੂ ਕੇ ਬਚਨ ਨੂੰ ਮੰਨਿਆ ਹੀ ਮਹਾਨ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਪਰਮੇਸ਼ਰ ਦਾ ਨਾਮ ਹੀ ਹੈ ਜੋ ਸਾਡੀ ਭੁੱਖ ਉਤਾਰ ਸਕਦਾ ਹੈ। ਹੋਰ ਕਿਸੇ ਚੀਜ਼ ਨਾਲ ਭੁੱਖ ਨਹੀਂ ਉਤਰਦੀ। ਤੋ ਸਾਧ ਸੰਗਤ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਅਸੀਂ ਹਰ ਰੋਜ਼ ਪਾਠ ਕਰਦੇ ਹਾਂ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਫਿਰ ਕਿਹਾ ਜੀ ਬਹੁਤ ਸਾਰਾ ਗਿਆਨ ਹਾਸਲ ਕਰ ਲੈਣ ਨਾਲ, ਬਹੁਤ ਸਿਆਣਪਾਂ ਆਪਣੇ ਅੰਦਰ ਪੈਦਾ ਕਰ ਲੈਣ ਦੇ ਨਾਲ ਕੀ ਸਚਿਆਰ ਬਣਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਸਵਾਲ ਕੀਤਾ ਜਗਿਆਸੂ ਨੇ ਕਿ ਜੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਫਿਰ ਸਚਿਆਰ ਕਿਵੇਂ ਬਣਿਆ ਜਾਏ? ਆ ਜਿਹੜੀ ਕੂੜ ਦੀ ਦੀਵਾਰ ਸਾਡੇ ਤੇ ਉਸ ਵਾਹਿਗੁਰੂ ਦੇ ਦਰਮਿਆਨ ਖੜੀ ਹੈ, ਉਹਨੂੰ ਕਿਵੇਂ ਤੋੜਿਆ ਜਾਏ, ਕਿਵੇਂ ਖਤਮ ਕੀਤਾ ਜਾਏ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਉਸ ਵਾਹਿਗੁਰੂ ਦੇ ਹੁਕਮ ਤੇ ਉਹਦੀ ਰਜਾ ਵਿੱਚ ਚੱਲਣਾ, ਜੋ ਕਿ ਅਸੀਂ ਲਿਖਵਾ ਕੇ ਲੈ ਕੇ ਆਉਂਦੇ ਹਾਂ। ਹੁਕਮ ਵਿੱਚ ਜਨਮ ਹੁੰਦਾ ਹੈ, ਜਨਮ ਸਾਰਾ ਹੁਕਮ ਵਿੱਚ ਬਤੀਤ ਹੁੰਦਾ ਹੈ, ਤੇ ਹੁਕਮ ਵਿੱਚ ਹੀ ਇੱਕ ਦਿਨ ਅੰਤ ਹੋ ਜਾਂਦਾ ਹੈ। ਬਸ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਹੈ, ਉਹਨੂੰ ਪ੍ਰਵਾਨ ਕਰ ਲੈਣਾ ਹੈ, ਉਹਦੇ ਅੱਗੇ ਝੁਕਣਾ ਹੈ। ਤੋ ਸਾਹਿਬ ਕਹਿੰਦੇ ਨੇ ਜਿਹੜੇ ਉਹਦਾ ਹੁਕਮ ਮੰਨਦੇ ਨੇ ਉਹੀ ਭਗਤਾਂ ਦੀ ਦੁਨੀਆ ਵਿੱਚ ਪਹੁੰਚ ਜਾਂਦੇ ਨੇ। ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ ਜਿਸ ਦੇਹ ਦਰਸ ਸੋਈ ਤੁਧ ਜਾਣੈ, ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ। हे ਪਰਮੇਸ਼ਰ ਜੀ, ਜਿਸ ਨੂੰ ਤੁਸੀਂ ਆਪਣਾ ਦਰਸ਼ਨ ਦਿੰਦੇ ਹੋ, ਜਿਸ ਨੂੰ ਤੁਸੀਂ ਆਪਣਾ ਆਪ ਦਿਖਾ ਦਿੰਦੇ ਹੋ, ਉਹੀ ਤੁਹਾਨੂੰ ਜਾਣ ਸਕਦਾ ਹੈ ਨਾ। ਸਾਧ ਸੰਗਤ, ਜਦੋਂ ਤੱਕ ਤੁਸੀਂ ਕਿਸੇ ਨੂੰ ਦੇਖਿਆ ਨਾ ਹੋਏ, ਕੇਵਲ ਸੁਣਨ ਨਾਲ ਜਾਣ ਪਹਿਚਾਣ ਨਹੀਂ ਹੁੰਦੀ। ਜਾਣ ਪਹਿਚਾਣ ਜਿੱਦਾਂ ਤੁਸੀਂ ਕਿਸੇ ਨੂੰ ਮਿਲਦੇ ਹੋ, ਦੇਖਦੇ ਹੋ, ਤੁਹਾਡੀ ਜਾਣ ਪਹਿਚਾਣ ਉਸ ਦਿਨ ਸ਼ੁਰੂ ਹੁੰਦੀ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਗੁਰਸਿੱਖ, ਉਹਨਾਂ ਨੇ ਇੱਕ ਦਿਨ ਸਾਰੇ ਹੀ ਸਿੱਖਾਂ ਦੀ ਬੇਨਤੀ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਕਰਦਿਆਂ ਪੁੱਛਿਆ ਕਿ हे ਸਤਿਗੁਰੂ ਜੀ, हे ਕਲਗੀਧਰ ਪਾਤਸ਼ਾਹ, ਆਪ ਜੀ ਹੁਕਮ ਕਰਦੇ ਹੋ ਕਿ ਸਿੱਖ ਦਾ ਫਰਜ਼ ਹੈ ਉਹ ਹਰ ਰੋਜ਼ ਗੁਰੂ ਦੇ ਦਰਸ਼ਨ ਕਰੇ। ਭਲਾ ਜੇ ਕੋਈ ਸਿੱਖ ਸ਼ਰੀਰ ਕਰਕੇ ਤੁਹਾਡੇ ਪਾਸ ਨਹੀਂ, ਦੂਰ ਹੈ, ਉਹ ਭਲਾ ਕਿਵੇਂ ਤੁਹਾਡੇ ਦਰਸ਼ਨ ਕਰ ਸਕਦਾ ਹੈ? ਉੱਥੇ ਭਾਈ ਨੰਦ ਲਾਲ ਜੀ ਦੇ ਇਸ ਪ੍ਰਸ਼ਨ ਦਾ ਉੱਤਰ ਕਲਗੀਧਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਿੱਤਾ। ਕਹਿਣ ਲੱਗੇ, ਨੰਦ ਲਾਲ, ਮੇਰੇ 3 ਰੂਪ ਹਨ। ਉੱਥੇ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਹੈ, ਉਹਦੇ ਚੋਂ ਫਰਮਾਨ ਕਰਦੇ ਨੇ 3 रूप है मोहे के। पहला भाई नंद लाल जी का जो प्रश्न है, तुम जो कहा गुरुदेव जी दर्शन कर मोहे आए, लखिए तुमरा दर्श कहाँ कहो मोहे समझाए। कि जी गुरुदेव जी तुसी आख्या सिख नूं दर्शन करने चाहिए ने, हर हालत विच तुहाडा दर्शन किवें करिए। उथे कलगीधर पातशाह जी ने इस तरह समझाउणा कीता, 3 रूप है मोहे के सुनो नंद चित लाए। हे नंद लाल, मेरे 3 रूप ने। केड़े केड़े ने? निर्गुण सरगुण गुर शब्द कहो तो हे समझाए। एक निर्गुण रूप है, एक सरगुण है, एक गुर शब्द है। चंगी तरह समझो। भाई नंद लाल जी कहन लगे, सच्चे पातशाह सानू समझ नहीं पई, थोड़ा जिहा इहदा खुलासा करोगे, थोड़ा जिहा होर खोल के समझाओगे। तुहाडा निर्गुण रूप केड़ा है, सरगुण केड़ा है, गुर शब्द केड़ा है? कलगीधर पातशाह जी कहन लगे, नंद लाल सुन, उथे क्या है, एक रूप ते हो गुण ते पर है, नेत नेत जेह निगम उचरै।
ਇੱਕ ਮੇਰਾ ਉਹ ਰੂਪ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ। ਤਿੰਨ ਗੁਣ ਕਿਹੜੇ? ਰਜੋ, ਤਮੋ ਤੇ ਸਤੋ ਗੁਣ। ਅਸੀਂ ਪੜ੍ਹਦੇ ਆ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਆ, ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, कहूँ महादान होय कै मांग्यो धन देत हो, कहूँ महाराजन को दीजत अनंत दान, कहूँ महाराजन ते शीन छित लेत हो, कहूँ वेद रीत, कहूँ तास्यो विपरीत, कहूँ त्रिगुण अतीत, कहूँ सरगुण समेत हो। हे परमेश्वर जी, किते तुसी वेद रीत भाव वेदां दी धार्मिक ग्रंथां दी मर्यादा अनुसार चलदे हो, कहूँ तास्यो विपरीत किते मर्यादा तो बिल्कुल ही बाहर होके विचर रहे हो, कहूँ त्रिगुण अतीत किते तुसी तिन्ना गुणा तो अतीत होके भाव हर एक तरह के आकार रूप रंग तो रहत होके विचर रहे हो, हर एक जगह ते तुसी बैठे हो, तुहाडा पसारा है। कहूँ सरगुण समेत हो, किते तुसी सारे गुणा साहित भाव सरगुण रूप धारण कर लेंदे हो। साध संगत उथे कलगीधर पातशाह जी कहन लगे, नंद लाल जे कोई मेरे निर्गुण स्वरूप दे दर्शन कर सके, जे किसी दी पहुंच होए ते मैं निर्गुण रूप विच हर एक थां ते ही विराजमान हाँ, हर एक चीज विच ही मैं वसदा हाँ। जो भी कुछ दिखाई दिंदा है वो कोई एक जर्रा भी एक कण भी ऐसा नहीं जिहदे विच परमेश्वर ना होए। उचारण करो सतनाम श्री वाहिगुरू। जिमी जमान के बिखै समस्त एक जोत है, न घाट है न बाढ़ है, न बाढ़ घाट होत है। इको ही जोत है, जमीन तो लैके आसमान तक परमेश्वर पसरिया होया। पूर रहा सर्व ठाए हमारा खसम सोए। वो सारे समाया होया। जे ओदे दर्शन कर सके जिथे मर्जी कर ले। कहन लगे जी जे भला किसी दी पहुंच ना होए, सारे ते नहीं ना कण कण विच रवे होए परमात्मा नूं देख सकदे ने? नहीं देख सकते। हर किसी दी पहुंच नहीं हुंदी। असी सुन सुना के आख दिंदे हां भी पत्ते पत्ते विच परमात्मा है, हर किसी विच वो वसदा है, आख दिंदे हां, पर सानू दिसदा नहीं। दिसदा है ये धन धन बाबा नंद सिंह जी महाराज ये फरमान करया करदे सन कि उन्हां नूं दिसदा है ਜਿਹੜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਰੱਬ ਵੇਖ ਲੈਣ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਪਦੇ ਇਸ਼ਟ ਨੂੰ, ਸਾਡਾ ਇਸ਼ਟ ਕੌਣ ਹੈ? ਸਤਿਗੁਰੂ, ਗੁਰੂਆਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਰੂਪ ਦੇਖ ਲਏ, ਜਾਣ ਲਏ ਵੀ ਉਹ ਸਾਖਸ਼ਾਤ ਸਤਿਗੁਰੂ ਜੀ ਬੈਠੇ ਨੇ, ਰੱਬ ਬੈਠਾ ਹੈ, फिर उन्होंने कण कण विचों पत्ते पत्ते विचों जर्रे जर्रे विचों दिखाई दिंदा है। नहीं तो केवल सुनी सुनाई गल है, अपनी नहीं। सुन वड्डा आखे सब कोई, सारे उस रब नूं सुन सुना के ही आखदे ने वड्डा है वड्डा है। केवड वड्डा, किन्ना क वड्डा है? डीठा होए इते जे देखिया होए तां ओही दस सकदा किन्ना क वड्डा है, नहीं तो सारे सुन के ही आखदे ने। जिहड़ी सुनी होई गल वो आपदा तजर्बा नहीं हुंदा। साध संगत इसलिए महापुरुष आपदे तजर्बे तो गल करते ने। मैं बेनती करा कि भाई नंद लाल जी उन्हां दे इस प्रश्न का, उन्हां दी इस पुछ का कलगीधर पातशाह जी इस तरह जवाब दे रहे ने, खुलासा कर रहे ने। कहते नंद लाल एक रूप ते हो गुण ते परै, नेत नेत जेह निगम उचरै। दूजा रूप जेड़ा गुर शब्द आख्या है वो केड़ा है जी? कहने लगे दूसर रूप ग्रंथ जी जानो, आपन अंग मेरा कर मानो। कहने मेरा दूसरा रूप है साहिब श्री गुरु ग्रंथ साहब जी महाराज। ओनू तो मेरा ही स्वरूप समझ लेना, ओनू मेरा ही शरीर समझ लेना। आपन अंग मेरा कर मानो। फिर अगे चल के कहने लगे जी तुहाडा तीसरा स्वरूप सरगुण स्वरूप वो केड़ा है? कहने लगे तीसर रूप सिख है मोर। कहते मेरा तीसरा रूप है मेरा सिख।
ਤੀਸਰ ਰੂਪ ਸਿੱਖ ਹੈ ਮੋਰ। ਕਿਹੜਾ ਸਿੱਖ? ਸਾਰੇ ਹੀ ਸਿੱਖ। ਕਹਿਣ ਲੱਗੇ ਗੁਰਬਾਣੀ ਰਤ ਜਿਹੇ ਨਿਸਭੋਰ। ਕਹਿੰਦੇ ਜਿਹੜਾ ਗੁਰਬਾਣੀ ਨਾਲ ਰਤ ਮੈਨੇ ਹੁੰਦਾ ਪ੍ਰੀਤ, ਗੁਰਬਾਣੀ ਨਾਲ ਪ੍ਰੀਤ ਕਰਦਾ ਹੈ, ਨਿਸ ਮੈਨੇ ਰਾਤ ਭੋਰ ਮੈਨੇ ਦਿਨ। ਜਿਹੜਾ ਦਿਨ ਰਾਤ ਗੁਰਬਾਣੀ ਨਾਲ ਪ੍ਰੀਤ ਤੇ ਮਨ ਜੀ ਦਾ ਬਾਣੀ ਵਿੱਚ ਰੰਗਿਆ ਰਹਿੰਦਾ ਹੈ, ਕਹਿੰਦੇ ਉਹ ਮੇਰਾ ਸਿੱਖ। ਉਹਦੇ ਦਰਸ਼ਨ ਮੇਰੇ ਹੀ ਦਰਸ਼ਨ ਨੇ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਵਿਸਾਹਾ ਪ੍ਰੀਤ ਗੁਰ ਸ਼ਬਦ ਜੋ ਧਰੈ, ਗੁਰ ਕਾ ਦਰਸ਼ਨ ਨਿਤ ਉਠ ਕਰੈ। ਵਿਸਾਹ ਮੈਨੇ ਕੀ ਹੁੰਦਾ ਹੈ? ਵਿਸ਼ਵਾਸ। ਤੇ ਦੂਜੇ ਨੰਬਰ ਤੇ ਗੱਲ ਆਖੀ ਪ੍ਰੀਤ। ਕਹਿੰਦੇ ਜਿਸ ਨੂੰ ਗੁਰਬਾਣੀ ਵਿੱਚ ਗੁਰੂ ਦੇ ਸ਼ਬਦ ਵਿੱਚ ਪ੍ਰੀਤ ਵੀ ਹੋਏ ਤੇ ਨਾਲ ਪ੍ਰਤੀਤ ਵੀ ਹੋਏ, ਭਾਵ ਪ੍ਰੀਤ ਵੀ ਕਰਦਾ ਹੋਏ ਗੁਰਬਾਣੀ ਨਾਲ। ਜਿਹੜਾ ਗੁਰਬਾਣੀ ਨਾਲ ਪ੍ਰੀਤ ਕਰੇਗਾ ਨਾ, ਉਹ ਗੁਰਬਾਣੀ ਨੂੰ ਪੜ੍ਹੇਗਾ ਰਸ ਲੈ ਲੈ ਕੇ, ਫਿਰ ਗੁਰਬਾਣੀ ਨੂੰ ਵਿਚਾਰੇਗਾ, ਫਿਰ ਗੁਰਬਾਣੀ ਤੇ ਅਮਲ ਕਰੇਗਾ। ਹੁਣ ਅਸੀਂ ਕਹਿੰਦੇ ਹਾਂ ਨਾ, ਆਮ ਕਹਿ ਦਿੰਦੇ ਹਾਂ ਵੀ ਭਾਈ ਫਲਾਣੇ ਗੁਰਸਿੱਖ ਦੀ ਕਮਾਈ ਬਹੁਤ ਹੈ, ਫਲਾਣੇ ਮਹਾਪੁਰਸ਼ਾਂ ਦੀ ਕਮਾਈ ਬਹੁਤ ਹੈ। ਉਸ ਕਮਾਈ ਦਾ ਭਾਵ ਕੀ ਹੈ? ਇਹ ਮਹਾਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਹ ਫਰਮਾਇਆ ਕਰਦੇ ਸਨ ਕਿ ਸਭ ਤੋਂ ਪਹਿਲਾਂ ਹੈ ਗੁਰਬਾਣੀ ਪੜ੍ਹਨ ਵਾਲੇ, ਜਿਹੜੇ ਪੜ੍ਹਦੇ ਨੇ। ਪੜ੍ਹਨਾ ਵੀ ਬਹੁਤ ਸ੍ਰੇਸ਼ਟ ਕੰਮ ਹੈ ਗੁਰਬਾਣੀ, ਕਿਉਂਕਿ ਕੋਈ ਆਮ ਕਿਸੇ ਮਨੁੱਖ ਦੇ ਬਚਨ ਨਹੀਂ, ਕਿਸੇ ਕਵੀ ਦੀ ਲਿਖੀ ਹੋਈ ਕਵਿਤਾ ਨਹੀਂ। ਇੱਥੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਕਹਿੰਦੇ ਬਹੁਤ ਗਿਣਤੀ ਹੈ ਪੜ੍ਹਨ ਵਾਲਿਆਂ ਦੀ, ਫਿਰ ਵਿਚਾਰ ਕਰਨ ਵਾਲੇ ਬਹੁਤ ਥੋੜੇ ਨੇ। ਉਸ ਤੋਂ ਉੱਪਰਲਾ ਤਲ ਹੈ ਵਿਚਾਰ ਦਾ ਤਲ, ਕਹਿੰਦੇ ਉਹ ਬਹੁਤ ਥੋੜੇ ਨੇ। ਫਿਰ ਉਸ ਤੋਂ ਅੱਗੇ ਦਾ ਤਲ ਹੈ ਆਤਮਿਕ ਤਲ, ਜਿਹੜੇ ਉਸ ਗੁਰਬਾਣੀ ਤੇ ਅਮਲ ਕਰਨ ਵਾਲੇ ਨੇ, ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਗੁਰਬਾਣੀ ਆ ਗਈ ਹੈ, ਜਿਹੜੇ ਜੀਵਨ ਉਹਦੇ ਮੁਤਾਬਕ ਗੁਜ਼ਾਰਦੇ ਨੇ। ਸਾਧ ਸੰਗਤ, ਹੁਣ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੋਥੀ ਪੁਰਾਣ ਕਮਾਈਐ, ਪੜ੍ਹੀਐ ਵਿਚਾਰੀਐ, ਨਹੀਂ ਇਸ ਤੋਂ ਉੱਪਰ ਪੋਥੀ ਪੁਰਾਣ ਕਮਾਈਐ। ਆਹ ਕਮਾਈ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਕਮਾ ਲਿਆ, ਭਾਵ ਆਪਦੇ ਜੀਵਨ ਵਿੱਚ ਘਟਾ ਲਿਆ, ਜੀਵਨ ਹੀ ਉਹਦੇ ਮੁਤਾਬਕ ਬਣ ਗਿਆ। ਭਾਵ ਜਦੋਂ ਕਰਮ ਕਰਦੇ ਨੇ ਨਾ, ਕਰਮਾਂ ਤੋਂ ਝਲਕ ਪੈਂਦੀ ਹੈ ਵੀ ਇਹ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ। ਕਰਮਾਂ ਤੋਂ ਝਲਕ ਪੈਂਦੀ ਹੈ ਕਿ ਉਹ ਅੰਮ੍ਰਿਤਧਾਰੀ ਸਿੰਘ ਜਾਂਦਾ ਹੈ। ਉਹਦੇ ਕਰਮ ਦੱਸਦੇ ਨੇ, ਲਿਬਾਸ ਨਹੀਂ, ਕਰਮ ਦੱਸਦੇ ਨੇ। ਜੇ ਐਸਾ ਹੋਏ ਵੀ ਕੇਵਲ ਲਿਬਾਸ ਹੈ ਪਰ ਕਰਮ ਉਹਦੇ ਮੁਤਾਬਕ ਨਹੀਂ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ, ਮੈਨੂੰ ਉਹ ਸਿੱਖ ਪ੍ਰਵਾਨ ਨਹੀਂ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ। ਗੁਰੂ ਸਾਹਿਬ ਜੀ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਣੀ ਰਹਿ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਉਸਕਾ ਚेहरा। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਰਹਿਤ ਪਿਆਰੀ ਹੈ। तो मैं बेनती कर रहा सी, पोथी पुराण कमाई है, भौ वट्टी इत तन पाई है, सच बूझण आन जलाई है, ए तेल दीवा इउं जलै कर चानण साहिब तो मिले। गुरु नानक साहब जी कहन लगे कमा, जिन्हां ने इउं गुरबाणी अपने जीवन विच कमा लई, गुरबाणी अनुसार जीवन गुजारना शुरू कर दिता, उन्हां नूं कहा जांदा कमाई वाले महापुरुष, उन्हां नूं कहा जांदा कमाई वाला गुरसिख। ते उन्हां दी संगत करके भी, उन्हां दी संगत करके भी रंग चढ़दा है। टुटे हुए जिहड़े मन ने वो गुरबाणी नाल, गुरु दी गुरमत नाल जुड़ जांदे ने, उन्हां दी संगत करके भी, कमाई वालियां दी। तो कलगीधर पातशाह जी भाई नंद लाल जी नूं दसदे ने, नंद लाल तीसर रूप सिख है मोर, गुरबाणी रत जिह निसभोर, विसाहा प्रीत गुर शब्द जो धरै, गुर का दर्शन नित उठ करै। नंदलाल उस सिख दे रूप, वो सिख केड़ा है? कलगीधर पातशाह कहंदे आत्म रस जिह जानही, सो है खालस देव, प्रभ मैं मोह मैं तास मैं, रंचक नाहिन भेव। प्रभु विच मेरे विच
ਤੇ ਉਸ ਸਿੱਖ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਜਿਹਨੇ ਆਤਮ ਰਸ ਨੂੰ ਜਾਣ ਲਿਆ। ਸਾਧ ਸੰਗਤ, ਐਸੇ ਸਿੱਖ ਦੇ ਦਰਸ਼ਨ, ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਕਲਗੀਧਰ ਪਾਤਸ਼ਾਹ ਜੀ ਨੇ ਇਉਂ 3 ਰੂਪ ਦੱਸੇ ਨੇ। ਹੁਣੇ ਹੁਣ ਸਿੰਘ ਸਾਹਿਬ ਜੀ ਦੱਸ ਰਹੇ ਸਨ ਆਪ ਜੀ ਨੂੰ ਕਿ ਕਲਗੀਧਰ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲੇ ਅਸੀਂ ਥੋੜੇ ਦਿਨ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਦਿਵਸ ਮਨਾ ਕੇ ਹਟੇ ਹਾਂ। ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਦੋਂ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਉਦੋਂ ਹੋਰ ਵੀ ਬਹੁਤ ਸਾਰੇ ਬਚਨ ਤੇ ਫਰਮਾਨ ਕੀਤਾ ਨਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉੱਥੇ 3 ਬਚਨ ਇਹ ਵੀ ਕਹੇ ਸਨ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਆ ਤਿੰਨੋਂ ਹੀ ਗੱਲਾਂ ਸਮਾਨ ਨੇ। ਆ ਜਿਹੜੇ ਪਹਿਲਾਂ 3 ਪ੍ਰਕਾਰ ਦੇ ਦਰਸ਼ਨ ਕਹੇ ਨੇ ਨਾ, ਪੂਜਾ ਅਕਾਲ ਕੀ ਇਹ ਹੈ ਨਿਰਗੁਣ ਰੂਪ, ਅਕਾਲ ਦੀ ਪੂਜਾ ਇਹ ਹੈ ਨਿਰਗੁਣ ਰੂਪ, ਤੇ ਪਰਚਾ ਸ਼ਬਦ ਕਾ ਇਹ ਹੈ ਗੁਰ ਸ਼ਬਦ ਰੂਪ, ਗੁਰਬਾਣੀ ਰੂਪ, ਤੇ ਦੀਦਾਰ ਖਾਲਸੇ ਕਾ ਖਾਲਸੇ ਰੂਪ ਵਿੱਚ, ਸਿੱਖ ਦੇ ਰੂਪ ਵਿੱਚ ਦਰਸ਼ਨ। ਇਹ ਕਲਗੀਧਰ ਪਾਤਸ਼ਾਹ ਜੀ ਨੇ 3 ਪ੍ਰਕਾਰ ਦੇ ਦਰਸ਼ਨ ਦੱਸੇ ਨੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਆਓ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰ ਰਹੇ ਨੇ, ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ। ਹੇ ਪਰਮੇਸ਼ਰ ਜੀ, ਇਉਂ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਹੈ ਜਿਹੜਾ ਸਿੱਖ, ਉਹ ਫਿਰ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਦਾ ਆਨੰਦ ਮਾਣਦਾ ਹੈ। ਚਤੁਰ ਸਰੂਪ ਸਿਆਣਾ ਸੋਈ, ਜੋ ਤੇਰੇ ਮਨ ਭਾਵੀ ਜਾਹੇ। ਉਹ ਬਹੁਤ ਸਿਆਣਾ ਹੈ, ਉਹਦਾ ਸੁੰਦਰ ਰੂਪ ਹੈ ਜਿਹੜਾ ਤੇਰੇ ਮਨ ਨੂੰ ਭਾ ਜਾਏ। ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਚੰਗਾ ਲੱਗ ਜਾਏ, ਉਹਦਾ ਸਰੂਪ ਵੀ ਸੋਹਣਾ ਹੈ, ਉਹ ਬਹੁਤ ਸਿਆਣਾ ਵੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਸ ਚੀਤ ਆਵੇ ਸੋ ਵੇ ਪਰਵਾਹ, ਜਿਸ ਚੀਤ ਆਵੇ ਸੋ ਸਾਚਾ ਸ਼ਾਹ। ਜਿਹਨੂੰ ਵਾਹਿਗੁਰੂ ਚਿੱਤ ਆਉਂਦਾ ਹੈ। ਸਾਧ ਸੰਗਤ, ਆ ਜਿਹੜੀ ਚਿੱਤ ਦੀ ਗੱਲ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਪੜ੍ਹਦੇ ਹਾਂ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਮਾਇਆ ਕਾਰਨ ਧਾਵਹੀ, ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ। ਜਿਹਦੇ ਚਿੱਤ ਵਿੱਚ ਪ੍ਰਮਾਤਮਾ ਹੈ, ਚਿੱਤ ਵਿੱਚ ਪਰਮੇਸ਼ਰ ਹੈ, ਉਹ ਕਹਿੰਦੇ ਕੋਈ ਕਰੋੜਾਂ ਚੋਂ ਇੱਕ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਜਿਹਨੂੰ ਚਿੱਤ ਆਵੇ ਉਹ ਬੇਪਰਵਾਹ ਹੋ ਜਾਂਦਾ ਹੈ, ਮੁਹਤਾਜੀ ਨਹੀਂ ਰਹਿ ਜਾਂਦੀ, ਕਿਸੇ ਦੀ ਕਾਣ ਨਹੀਂ ਰਹਿ ਜਾਂਦੀ। ਸਾਧ ਸੰਗਤ, ਸੇਵਾ ਪੰਥੀ ਮਹਾਪੁਰਸ਼ ਭਾਈ ਦਰਬਾਰੀ ਸਾਹਿਬ ਜੀ, ਉਹਨਾਂ ਦੀ ਫਗਵਾੜੇ ਧਰਮਸ਼ਾਲਾ ਤੇ ਫਗਵਾੜੇ ਦੀ ਮੁਹਿੰਮ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਏ। ਕਿਸੇ ਨੇ ਦੱਸਿਆ ਵੀ ਭਾਈ ਦਰਬਾਰੀ ਜੀ ਦੀ ਧਰਮਸ਼ਾਲਾ ਹੈ, ਕਹਿੰਦੇ ਚਲੋ ਜਾ ਕੇ ਉਹਨਾਂ ਤੋਂ ਅਰਦਾਸ ਕਰਾ ਕੇ ਚਲਦੇ ਹਾਂ। ਭਾਈ ਦਰਬਾਰੀ ਜੀ ਨੂੰ ਕਹਿਣ ਲੱਗੇ, ਖਾਲਸੇ ਦੀ ਜਿੱਤ ਵਾਸਤੇ, ਫਤਿਹ ਵਾਸਤੇ ਆਪ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੋ। ਤੇ ਭਾਈ ਦਰਬਾਰੀ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਹੇ ਕਲਗੀਧਰ ਪਾਤਸ਼ਾਹ ਜੀ, ਆਪ ਜੀ ਦਾ ਸੇਵਕ, ਆਪ ਜੀ ਦਾ ਸਿੱਖ ਮਹਾਰਾਜਾ ਰਣਜੀਤ ਸਿੰਘ ਇਹ ਮੁਹਿੰਮ ਤੇ ਚੱਲਿਆ ਹੈ, ਕਿਰਪਾ ਕਰਕੇ ਇਹਨਾਂ ਨੂੰ ਫਤਿਹ ਜਾਬੀ ਬਖਸ਼ਿਸ਼ ਕਰਨੀ। ਅਰਦਾਸ ਕਰ ਦਿੱਤੀ ਤੇ ਹੁਣ ਸਾਹਿਬ ਕਹਿੰਦੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਮਹਾਰਾਜਾ ਰਣਜੀਤ ਸਿੰਘ ਜੀ ਗਏ, ਜੰਗ ਵਿੱਚ ਫਤਿਹ ਹੋਈ ਤੇ ਫਤਿਹ ਤੋਂ ਬਾਅਦ ਵਾਪਸ ਮੁੜਦਿਆਂ ਕਹਿਣ ਲੱਗੇ, ਚਲੋ ਮਹਾਪੁਰਸ਼ਾਂ ਦਾ ਸ਼ੁਕਰਾਨਾ ਕਰ ਚੱਲੀਏ। ਆਏ ਤੇ ਆ ਕੇ ਜਦੋਂ ਮਿਲੇ ਨਾ, ਤੇ ਮਹਾਰਾਜਾ ਰਣਜੀਤ ਸਿੰਘ ਕੁਦਰਤੀ ਕਹਿ ਬੈਠੇ ਕਿ ਮਹਾਂਪੁਰਸ਼ੋ, ਜੇ ਕੁਝ ਚਾਹੀਦਾ ਹੋਏ ਤੇ ਦੱਸੋ। ਤੇ ਭਾਈ ਦਰਬਾਰੀ ਜੀ ਕਹਿੰਦੇ, ਵੀਰ ਰਸ ਵਿੱਚ ਆ ਗਏ, ਕਹਿਣ ਲੱਗੇ, ਉਹ ਰਣਜੀਤ ਸਿਆਂ, ਆ ਥੋੜੇ ਦਿਨ ਪਹਿਲਾਂ ਤੇ ਤੂੰ ਮੰਗਤਾ ਸੀ,
ਮੈਨੂੰ ਕਹਿੰਦਾ ਸੀ ਮੇਰੀ ਫਤਿਹ ਜਾਬੀ ਦੀ ਅਰਦਾਸ ਕਰ, ਤੇ ਅੱਜ ਦਾਤਾ ਕਿੱਥੋਂ ਬਣ ਗਿਆ? ਥੋੜੇ ਦਿਨ ਪਹਿਲਾਂ ਤੇ ਮੰਗਤਾ ਸੀ, ਅੱਜ ਤੂੰ ਦਾਤਾ ਕਿੱਥੋਂ ਬਣ ਗਿਆ? ਕਹਿੰਦੇ ਜਿਸ ਗੁਰੂ ਤੋਂ ਮੈਂ ਤੇਰੀ ਜਿੱਤ ਮੰਗ ਸਕਦਾ, ਤੇਰੀ ਫਤਿਹ ਜਾਬੀ ਮੰਗ ਸਕਦਾ, ਆ ਜਿਹੜੀਆਂ ਚੀਜ਼ਾਂ, ਜਿਹੜਾ ਧਨ ਤੇ ਮਾਇਆ ਤੂੰ ਮੈਨੂੰ ਦੇਣੀ ਚਾਹੁੰਦਾ, ਉਹ ਮੈਂ ਗੁਰੂ ਪਾਸੋਂ ਨਹੀਂ ਮੰਗ ਸਕਦਾ। ਇਹ ਹੈ ਬੇਮੁਹਤਾਜੀ, ਇਹ ਹੈ ਬੇਪਰਵਾਹੀ, ਕੌਣ ਨਹੀਂ ਕਿਸੇ ਦੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਸ਼ਿਮਲੇ ਨੂੰ ਜਾਣ ਲੱਗੇ। ਰਾਏ ਬਹਾਦਰ ਨਾਰਾਇਣ ਦਾਸ ਦਿੱਲੀ ਦਾ ਬਹੁਤ ਵੱਡਾ ਠੇਕੇਦਾਰ ਕਹਿਣ ਲੱਗਿਆ ਜੀ ਕਿੰਨਾ ਕੁ ਟਾਈਮ ਵਾਸਤੇ ਜਾਣਾ? 2-3 ਮਹੀਨਿਆਂ ਵਾਸਤੇ ਜਾਣਾ। ਤੇ ਕਹਿਣ ਲੱਗੇ ਜੀ ਆਹ ਸਥਾਨ ਜਿਹੜਾ ਬਿਲਕੁਲ ਹੀ ਕੱਚਾ ਹੈ ਤੇ ਪੱਕਾ ਬਣਾ ਦਈਏ। ਬਾਬਾ ਜੀ ਕਹਿਣ ਲੱਗੇ ਕਿੰਨੇ ਕੁ ਪੈਸੇ ਲੱਗ ਜਾਣਗੇ? ਜੀ ਲੱਗ ਜਾਏਗਾ 5-7 ਲੱਖ। ਬਾਬਾ ਜੀ ਕਹਿਣ ਲੱਗੇ ਤੇਰੇ ਕੋਲੇ ਇੰਨੇ ਪੈਸੇ ਹੈਗੇ ਆ? ਉਹਨਾਂ ਸਮਿਆਂ 'ਚ 5-7 ਲੱਖ 1940-35 ਦੀ ਕੋਈ ਗੱਲ ਹੈ। ਕਹਿਣ ਲੱਗਿਆ ਜੀ ਤੁਹਾਡੀ ਕਿਰਪਾ ਹੈ, ਜੇ ਹੋਰ ਲੋੜ ਪਈ ਤੇ ਹੋਰ ਵੀ ਲਾ ਦਿਆਂਗੇ। ਬਾਬਾ ਜੀ ਕਹਿਣ ਲੱਗੇ ਚੱਲ ਛੱਡ, ਕੀ ਕਰਨਾ ਹੈ, ਸਰੀਰ ਹੀ ਕੱਚਾ, ਕਹਿੰਦੇ ਇਹਦੇ ਵਾਸਤੇ ਪੱਕਾ ਮਕਾਨ ਕੀ ਬਣਾਉਣਾ। ਦੇਖੋ ਕਿੱਡੀ ਬੇਪਰਵਾਹੀ, ਬੇਮੁਹਤਾਜੀ। ਫਿਰ ਉਹਨੇ ਨਾ ਹੱਥ ਜੋੜੇ, ਕਹਿਣ ਲੱਗੇ ਮਹਾਰਾਜ ਸਾਡਾ ਭਲਾ ਕਿਵੇਂ ਹੋਏਗਾ? ਬਾਬਾ ਜੀ ਸਾਡੇ ਵਰਗਿਆਂ ਦਾ ਭਲਾ ਕਿਵੇਂ ਹੋਏਗਾ? ਕਹਿਣ ਲੱਗੇ 5-7 ਲੱਖ ਲਵਾ ਕੇ ਭਲਾ ਕੀਤਾ ਤੇ ਕੀ ਕੀਤਾ? ਤੇਰਾ ਉਹੀ ਭਲਾ ਕਰ ਦੇਂਗੇ। ਦੇਖੋ ਜਿਹੜੇ ਮਹਾਪੁਰਸ਼ ਨੇ ਨਾ, ਜਿਹੜੇ ਮਹਾਪੁਰਸ਼ ਨੇ, ਉਹ ਕਿਸੇ ਤੋਂ ਕੁਝ ਲੈਣ ਦੀ ਆਸ ਨਹੀਂ ਰੱਖਦੇ, ਉਹ ਅਸਲ ਵਿੱਚ ਦਿੰਦੇ ਨੇ। ਦਰਖਤ ਸਾਡੇ ਤੋਂ ਕੁਝ ਲੈਂਦਾ ਨਹੀਂ, ਦਿੰਦਾ ਹੈ। ਖੇਤੀ ਜਿਹੜੀ ਹੈ ਉਹ ਲੈਂਦੀ ਨਹੀਂ, ਦਿੰਦੀ ਹੈ। ਨਦੀ ਸਾਡੇ ਤੋਂ ਕੁਝ ਲੈਂਦੀ ਨਹੀਂ, ਦਿੰਦੀ ਹੈ। ਉੱਥੇ ਲਿਖਿਆ ਸਾਰ ਕੁਤਾਵਲੀ ਦੇ ਅੰਦਰ, ਸਰਤਾ ਨਾ ਅਚੈ ਆਪਣੇ ਜਲ ਕੋ, ਨਾ ਕਦਾਪੇ ਭਖੈ ਬ੍ਰਿਖ ਸਵੈ ਫਲ ਕੋ, ਸਸ ਕੋ ਨਾ ਅਬਰ ਕਭੀ ਭਖੈ, ਧਨ ਤਿਉ ਪਰ ਹੇਤ ਵੱਡੇ ਚੱਖ ਹੈ। ਕਹਿੰਦੇ ਇਉਂ ਜਿਹੜੇ ਕਮਾਈ ਵਾਲੇ ਵੱਡੇ ਪੁਰਸ਼ ਹੁੰਦੇ ਨੇ, ਉਹਨਾਂ ਦਾ ਵੀ ਤਨ ਮਨ ਧਨ ਸਭ ਕੁਝ ਦੂਜਿਆਂ ਦਾ ਹੁੰਦਾ ਹੈ। ਜਿਵੇਂ ਦਰਿਆ ਵੀ ਦੂਜਿਆਂ ਵਾਸਤੇ ਹੈ, ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਖੇਤੀ ਆਪਦਾ ਅਨਾਜ ਆਪ ਨਹੀਂ ਖਾਂਦੀ, ਅਨਾਜ ਦੂਜਿਆਂ ਵਾਸਤੇ ਹੈ। ਦਰਖਤ ਆਪਦਾ ਫਲ ਆਪ ਨਹੀਂ ਖਾਂਦਾ, ਫਲ ਦੂਜਿਆਂ ਵਾਸਤੇ ਹੈ। ਇਉਂ ਮਹਾਂਪੁਰਸ਼ਾਂ ਦਾ ਤਨ ਮਨ ਧਨ ਹੀ ਦੂਜਿਆਂ ਵਾਸਤੇ ਹੁੰਦਾ ਹੈ, ਆਪਦੇ ਲਈ ਕੁਝ ਨਹੀਂ ਹੁੰਦਾ। ਤਾਂ ਸਾਧ ਸੰਗਤ, ਸਾਹਿਬ ਬਖਸ਼ਿਸ਼ ਕਰਦੇ ਨੇ, ਜਿਸ ਚੀਤ ਆਵੇ ਸੋ ਵੇ ਪ੍ਰਵਾਹ, ਜਿਸ ਚੀਤ ਆਵੇ ਸੋ ਸਾਚਾ ਸ਼ਾਹ, ਜਿਸ ਚੀਤ ਆਵੇ ਤੇ ਸੁਭਾਉ ਕਿਹਾ ਅਵਰ ਕਹਾਂ ਕਿਛ ਕੀਜਾ ਹੈ। ਜਿਹਨੂੰ ਤੂੰ ਚਿੱਤ ਆ ਜਾਣਾ ਉਹਨੂੰ ਫਿਰ ਕੋਈ ਭਉ ਨਹੀਂ ਰਹਿ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਨੂੰ ਜਪਦਾ ਹੈ ਉਹਦੇ ਸਾਰੇ ਭਉ ਮੁੱਕ ਜਾਂਦੇ ਨੇ। ਸਾਹਿਬ ਅੱਗੇ ਫਰਮਾਨ ਕਰਦੇ ਨੇ, ਤ੍ਰਿਸ਼ਨਾ ਬੂਝੀ ਅੰਤਰ ਠੰਡਾ, ਗੁਰ ਪੂਰੈ ਲੈ ਟੂਟਾ ਗੰਢਾ। ਜਦੋਂ ਤ੍ਰਿਸ਼ਨਾ ਬੁਝ ਜਾਈ ਉਦੋਂ ਅੰਦਰ ਠੰਡਾ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਤ੍ਰਿਸ਼ਨਾ ਹੈ ਜਿਹੜੀ ਅੰਦਰ ਨੂੰ ਤਪਾਈ ਰੱਖਦੀ ਹੈ, ਜਿਹੜੀ ਮਨ ਨੂੰ ਬੈਠਣ ਨਹੀਂ ਦਿੰਦੀ, ਹਰਕਤ ਵਿੱਚ ਰੱਖਦੀ ਹੈ। ਜਦੋਂ ਤੱਕ ਇਹ ਹਰਕਤ ਵਿੱਚ ਰਹਿੰਦਾ ਹੈ ਉਦੋਂ ਤੱਕ ਠੰਡਾ ਨਹੀਂ ਹੋਏਗਾ, ਉਦੋਂ ਤੱਕ ਸ਼ਾਂਤੀ ਨਹੀਂ ਆਏਗੀ। ਸ਼ਾਂਤੀ ਆਏਗੀ ਜਦੋਂ ਤ੍ਰਿਸ਼ਨਾ ਬੁਝੇਗੀ। ਤੇ ਤ੍ਰਿਸ਼ਨਾ ਹੁਣ ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਤਾਂ ਪਰਮੇਸ਼ਰ ਦੇ ਨਾਮ ਨਾਲ ਬੁਝਦੀ ਹੈ। ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿਹੜੀ ਤ੍ਰਿਸ਼ਨਾ ਹੈ ਨਾ, ਇਹਦੇ ਤੋਂ, ਸੰਤੋਖ ਤੋਂ ਬਿਨਾ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਸਭ ਤੋਂ ਵੱਡਾ ਸੁਖ ਹੈ ਸੰਤੋਖ ਵਿੱਚ। ਉੱਥੇ ਮਹਾਤਮਾ ਸੁੰਦਰਦਾਸ ਜੀ ਲਿਖਦੇ ਨੇ, ਕਹਿੰਦੇ ਜਿਹੜਾ ਤਰਸਨਾਲੂ ਬੰਦਾ ਹੈ ਉਹ ਤੇ ਕਹਿੰਦੇ 2 ਤੋਂ 10, 10 ਤੋਂ 20, 20 ਤੋਂ 100 ਤੇ ਫਿਰ 1000 ਤੇ ਲੱਖ ਕਰੋੜਾਂ ਤੱਕ ਚਲਾ ਜਾਂਦਾ ਹੈ। 2, 10, 20, 50 ਭੈ 7, ਸਹਿਸ ਹੋਏ ਤੋਂ ਲਾਖ ਮੰਗੇਗੀ। ਕੌਣ ਮੰਗੇਗੀ? ਤ੍ਰਿਸ਼ਨਾ। ਫਿਰ ਕਹਿੰਦੇ ਕੋਟ ਅਰਬ ਖਰਬ ਪ੍ਰਿਥਵੀਪਤੀ ਹੋਣੇ ਕੀ ਚਾਹ ਜਗੇਗੀ। ਫਿਰ ਲੱਖ ਤੋਂ ਗਾਂ ਕਰੋੜ, ਫਿਰ ਅਰਬ ਖਰਬ ਨਹੀਂ, ਫਿਰ ਕਹਿੰਦੇ ਸਾਰੀ ਧਰਤੀ ਦਾ ਮਾਲਕ ਬਣਨ ਦੀ ਚਾਹ ਪੈਦਾ ਹੋ ਜਾਏਗੀ। ਫਿਰ ਕਹਿੰਦੇ
ਜੇ ਸਾਰੀ ਧਰਤੀ ਦਾ ਮਾਲਕ ਬਣ ਜਾਏ ਫਿਰ ਮਨ ਠਹਿਰ ਜਾਏਗਾ? ਕਹਿੰਦੇ ਨਹੀਂ, ਸੁਰਗ ਪਤਾਲ ਕੋ ਰਾਜ ਕਰੇ। ਫਿਰ ਕਹਿੰਦੇ ਰਾਜ ਸਵਰਗ ਦਾ ਵੀ ਮਿਲ ਜਾਏ ਤੇ ਪਤਾਲ ਦਾ ਵੀ ਮਿਲ ਜਾਏ, ਤਿੰਨਾਂ ਲੋਕਾਂ ਦਾ ਹੀ ਮਾਲਕ ਬਣ ਜਾਵਾਂ। ਸੁਰਗ ਪਤਾਲ ਕੋ ਰਾਜ ਕਰੇ, ਤ੍ਰਿਸ਼ਨਾ ਅਧ ਕੀ ਅਤ ਆਗ ਲੱਗੇਗੀ। ਇਹ ਤੇ ਵੱਧਦੀ ਜਾਏਗੀ, ਇਹ ਅੱਗ ਕਿਤੇ ਬੁਝਦੀ ਨਹੀਂ, ਇਹ ਤੇ ਅੱਗ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਬਾਲਣ ਪਾਈਏ ਨਾ, ਅੱਗ ਵੱਧਦੀ ਹੈ। ਇਹ ਬਾਲਣ ਜਿਵੇਂ ਜਿਵੇਂ ਮਾਇਆ ਦਾ, ਪਦਾਰਥਾਂ ਦਾ ਪਾਉਂਦੇ ਆ ਨਾ ਤ੍ਰਿਸ਼ਨਾ ਦੀ ਅੱਗ ਤੇ, ਇਹ ਅੱਗ ਉਵੇਂ ਉਵੇਂ ਭੜਕਦੀ ਹੈ, ਜ਼ਿਆਦਾ ਵੱਧਦੀ ਹੈ। ਤ੍ਰਿਸ਼ਨਾ ਅਧ ਕੀ ਅਤ ਆਗ ਲੱਗੇਗੀ। ਫਿਰ ਅਖੀਰ ਤੇ ਕਹਿੰਦੇ ਨੇ ਸੁੰਦਰ ਏਕ ਸੰਤੋਖ ਬਿਨਾ 60 ਮੈਨੇ ਹੈ ਮੂਰਖ, ਇੱਕ ਸੰਤੋਖ ਤੋਂ ਬਿਨਾ। ਸੁੰਦਰ ਏਕ ਸੰਤੋਖ ਬਿਨਾ 60, तेरी तो तृष्णा कभी ना भगेगी। कहते तेरी तृष्णा कदे भी एक खत्म नहीं होएगी, भजेगी नहीं। संतोख ही एक तृष्णा नू शांति दे सकता है। साहब कहते तृष्णा बूझी अंतर ठंडा, गुर पूरे लै टूटा गंडा। पूरे गुरु ने टूटे होए नू अपने शब्द राही, बाणी राही अपने नाल जोड़ लिया। जिहड़ी बाणी है ये गुरु का स्वरूप है। बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। बाणी गुरु का ही रूप है। जिहड़ा सिख बाणी नाल जुड़ गया वो गुरु नाल जुड़ गया। साहब कहंदे सुरत शब्द रिद अंतर जागी, अम्यो झोल झोल पीजा है। बाणी पढ़दे पढ़दे फिर एक दिन ऐसा आएगा कि साडी सुरत है ना जिहड़ी वो शब्द नाल जुड़ जाएगी। सुरत शब्द विच समा जाएगी। जदों सुरत शब्द नाल जुड़ जाए उदों फिर अमृत भाव अम्यो, जिन्हों असी अमृत रस आखदे हां, झोल झोल रस लै लै के, जिवें असी झोल के पीना इउं हुंदा है। पुराने जमानिਆਂ 'ਚ ਸਰੋਵਰਾਂ 'ਚ ਛੱਪੜਾਂ 'ਚ ਪਾਣੀ ਖੜਾ ਹੁੰਦਾ ਸੀ ਨਾ, ਤਾਂ ਉਹਦੇ ਤੋਂ ਜਦੋਂ ਪਾਣੀ ਪੀਣਾ ਨਾ ਕਿਸੇ ਨੇ, ਉਦੋਂ ਹੱਥਾਂ ਨਾਲ ਜਿਹੜਾ ਉੱਤੇ ਆਇਆ ਹੁੰਦਾ ਸੀ ਬੂਰ, ਉਹਨੂੰ ਪਾਸੇ ਹਟਾ ਕੇ ਤੇ ਇਉਂ ਭਰ ਕੇ ਪੀਣਾ। ਉਹਨੂੰ ਕਹਿੰਦੇ ਨੇ ਝੋਲ ਕੇ ਪੀਣਾ, ਭਾਵ ਸਾਫ਼ ਕਰਕੇ ਪੀਣਾ। ਇੱਥੇ ਝੋਲ ਕੇ ਪੀਣ ਦਾ ਮਤਲਬ ਹੈ ਰਸ ਲੈ ਲੈ ਕੇ ਬਾਣੀ ਨੂੰ ਪੜ੍ਹਨਾ। ਜਦੋਂ ਸੁਰਤ ਸ਼ਬਦ ਨਾਲ ਜੁੜ ਜਾਏ उदों फिर बाणी का रस आना शुरू हो जाता है। साहिब फरमान करते ने मरै नाही सद सद ही जीवै, अमर भया अविनाशी थीवै। वो फिर किते मरदा नहीं, सदा जिउंदा रहिंदा है। शब्द मरो फिर जीवो सद ही, तां फिर मरण ना होई। अमर भया अविनाशी थीवै, अमर हो जाता है, ਉਹਨੂੰ ਅਵਨਾਸੀ ਪਦ ਪ੍ਰਾਪਤ ਹੋ ਜਾਂਦਾ ਹੈ। ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਅਭੈ ਪਦ ਦਾਨ, ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸਾਹਿਬ ਫਰਮਾਨ ਕਰਦੇ ਨੇ ਨਾ ਕੋ ਆਵੈ ਨਾ ਕੋ ਜਾਵੈ, ਗੁਰ ਦੂਰ ਕੀਆ ਭਰਮੀ ਜਾਹੇ। ਫਿਰ ਉਹਨੂੰ ਇਹ ਸੋਝੀ ਆ ਜਾਂਦੀ ਹੈ, ਨਾ ਕੋਈ ਜੰਮਦਾ ਹੈ ਤੇ ਨਾ ਕੋਈ ਮਰਦਾ ਹੈ। शरीर ही जमदा है, शरीर ही मरदा है। ना को आवे ना को जावे, गुर दूर किया भरमीजा है। गुरु ने फिर इउं ओदी भटकना, ओदा भरम दूर कर दिता। पूरे गुर की पूरी बाणी, पूरे लागा पूरे माहे समाणी। पूरे गुरु दी पाणी पूरी है। असी पढ़ते हाँ पूरा थाट बनाया पूरा है, वेखो एक समाना। इस प्रपंच में साचे नाम की वडियाई, मत को धरो गुमाना। सतगुर की जिसनो मत आवे, सो सतगुर माहे समाना। ए बाणी जो जियो जाने, तिस अंतर रवै हर नामा। पूरे का किया सब किश पूरा, घट वध किश नाही। नानक गुरमुख एवै जाने, पूरे माहे समाई। पूरे का किया, पूरे दी बाणी पूरी है। पूरे गुर की पूरी बाणी, पूरे लागा पूरे माहे समाणी। चढ़े सवाया नित नित रंगा, घटै नाही तो लीजा है। फिर ओदे ते दिनों दिन सवाया रंग चढ़दा है। कहंदे किते भी ओदा तोल घटदा नहीं, भाव
ਉਹ ਬੰਦਾ ਭਾਰਾ ਹੋ ਜਾਂਦਾ, ਹੌਲਾ ਨਹੀਂ। ਹੌਲੇ ਕੱਖ ਹੁੰਦੇ ਨੇ ਨਾ ਛੋਟੇ ਛੋਟੇ, ਥੋੜੀ ਜੀ ਹਵਾ ਆਏ ਤੇ ਕੱਖ ਉੱਡਦੇ ਫਿਰਦੇ ਨੇ। ਤੇ ਜਿਹੜੀਆਂ ਵੱਡੀਆਂ ਭਾਰੀਆਂ ਲੱਕੜਾਂ ਨੇ, ਜਾਂ ਸੁਮੇਰ ਪਰਬਤ ਹੈ, ਕਿਤੇ ਤੂਫਾਨਾਂ ਦੇ ਵਿੱਚ ਝੱਖੜਾਂ ਵਿੱਚ ਵੀ ਨਹੀਂ ਡੋਲਦਾ। ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ, ਜਿਹੜਾ ਪੂਰੇ ਨਾਲ ਜੁੜ ਗਿਆ, ਜਿਹਨੇ ਪੂਰੇ ਦੀ ਬਾਣੀ ਦਾ ਆਸਰਾ ਲੈ ਲਿਆ, ਉਹਦਾ ਤੋਲ ਕਿਤੇ ਘਟਦਾ ਨਹੀਂ, ਉਹ ਭਾਰਾ ਹੋ ਜਾਂਦਾ ਹੈ। 12 ਕੰਚਨ ਸੁਧ ਕਰਾਇਆ, ਨਦਰ ਸਰਾਪ ਵੰਨੀ ਸੱਚ ਚੜਾਇਆ। 12 ਕੰਚਨ ਭਾਵ ਉਸ ਕੰਚਨ ਨੂੰ ਖਾਲਸ ਮੰਨਿਆ ਜਾਂਦਾ ਹੈ, ਜਿਹਦੇ ਤੇ ਪਹਿਲਾਂ ਇੱਕ ਰੰਗਤ ਆਈ, ਫਿਰ ਦੂਜੀ ਆਈ, ਤੀਜੀ ਆਈ, ਚੌਥੀ ਆਈ, ਇਉਂ 12 ਰੰਗਤਾਂ, 12 ਬੰਨੀਆਂ ਵੱਖਰੀਆਂ ਵੱਖਰੀਆਂ ਆਈਆਂ। ਫਿਰ ਕਹਿੰਦੇ ਕਹਿ ਦਿੱਤਾ ਸੁਨਾਰ ਨੇ ਵੀ ਹੁਣ ਇਹ ਸੋਨਾ ਸ਼ੁੱਧ ਹੋ ਗਿਆ, ਹੁਣ ਖਾਲਸ ਹੋ ਗਏ। ਨਦਰ ਸਰਾਪ, ਜਦੋਂ ਸਰਾਪ ਦੀ ਨਦਰ ਵਿੱਚੋਂ ਲੰਘ ਗਿਆ, ਵੰਨੀ ਸੱਚ ਚੜਾਇਆ, ਕਹਿੰਦੇ ਫਿਰ ਉਹਨੂੰ ਸੱਚ ਦੀ ਵੰਨੀ ਚੜ ਗਈ, ਸੱਚ ਦੀ ਰੰਗਤ ਚੜ ਗਈ। ਗੁਰੂ ਨਦਰ ਸਰਾਪ ਦੀ, ਗੁਰੂ ਸਰਾਪ ਦੀ ਜਦੋਂ ਨਦਰ ਹੇਠ ਆ ਜਾਂਦਾ ਨਾ ਸਿੱਖ, ਉਦੋਂ ਉਹਨੂੰ ਫਿਰ ਸੱਚਾ ਰੰਗ ਚੜ ਜਾਂਦਾ ਹੈ। ਪਰਖ ਖਜ਼ਾਨੇ ਪਾਇਆ ਸਰਾਫੀ, ਫਿਰ ਨਾਹੀ ਤਾਈ ਜਾਹੇ। ਜਿਹਨੂੰ ਫਿਰ ਸਰਾਫ ਨੇ, ਗੁਰੂ ਨੇ ਪਰਖ ਕੇ ਆਪਣੇ ਖਜ਼ਾਨੇ ਵਿੱਚ ਪਾ ਲਿਆ, ਉਹਨੂੰ ਫਿਰ ਦੁਬਾਰਾ ਤਾ ਦੇਣ ਦੀ ਲੋੜ ਨਹੀਂ ਰਹਿੰਦੀ। ਤਾਈ ਜਾਏ, ਉਹਨੂੰ ਫਿਰ ਤਾ ਨਹੀਂ ਦਿੱਤਾ ਜਾਂਦਾ ਦੁਬਾਰਾ। ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ। हे ਪਰਮੇਸ਼ਰ ਜੀ, ਤੁਹਾਡਾ ਨਾਮ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਤ੍ਰਿਸ਼ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। हे ਵਾਹਿਗੁਰੂ ਜੀ, ਤੁਹਾਡਾ ਨਾਮ ਅੰਮ੍ਰਿਤ ਰੂਪ ਹੈ। ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ। ਨਾਨਕ ਦਾਸ ਸਦਾ ਕੁਰਬਾਨ ਜਾਂਦਾ ਹੈ ਜਿਹੜੇ ਉਸ ਵਾਹਿਗੁਰੂ ਦਾ ਅੰਮ੍ਰਿਤ ਨਾਮ ਜਪਦੇ ਨੇ। ਸੰਤ ਸੰਗ ਮਹਾ ਸੁਖ ਪਾਇਆ, ਦੇਖ ਦਰਸ਼ਨ ਇਹੋ ਮਨ ਭੀਜਾ ਹੈ। ਸੰਤ ਸੰਗ, ਅੰਮ੍ਰਿਤ ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ, ਜਿਹੜੇ ਪਹੁੰਚ ਚੁੱਕੇ, ਮੰਜ਼ਿਲ ਪ੍ਰਾਪਤ ਕਰ ਚੁੱਕੇ, ਜਿਹੜੇ हे ਪਰਮੇਸ਼ਰ ਜੀ ਤੁਹਾਡੇ ਸੰਤ ਨੇ, ਮਹਾਂਪੁਰਸ਼ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ। ਮਨ ਕੀ ਕਟਿਐ ਮੈਲ, ਸਾਧ ਸੰਗ ਉਠਿਆ। ਅਸੀਂ ਪੜ੍ਹਦੇ ਹਾਂ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਜਿਨ੍ਹਾਂ ਨੂੰ ਮਿਲ ਕੇ ਆਨੰਦ ਦੀ ਪ੍ਰਾਪਤੀ ਹੋਏ, ਐਸੇ ਜੋ ਸਤਿਗੁਰੂ ਰੂਪ, ਐਸੇ ਜੋ ਸੰਤ ਨੇ, ਉਹਨਾਂ ਦਾ ਦਰਸ਼ਨ ਕਰਕੇ ਮਹਾਨ ਸੁਖ ਦੀ ਪ੍ਰਾਪਤੀ ਹੁੰਦੀ ਹੈ, ਤੇ ਬੰਦੇ ਦਾ ਮਨ ਉਸ ਪਰਮੇਸ਼ਰ ਦੇ ਨਾਮ ਵਿੱਚ ਭਿੱਜ ਜਾਂਦਾ ਹੈ। ਅੰਮ੍ਰਿਤ ਨਾਮ ਤੁਮਾਰਾ ਸੁਆਮੀ, ਨਾਨਕ ਦਾਸ ਸਦਾ ਕੁਰਬਾਨੀ। ਸੰਤ ਸੰਗ ਮਹਾ ਸੁਖ ਪਾਇਆ, ਦੇਖ ਦਰਸ਼ਨ ਇਹੋ ਮਨ ਭੀਜਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਖਸ਼ ਦੇਣਾ। ਸਮੁੱਚੀ ਪ੍ਰਬੰਧਕ ਕਮੇਟੀ ਦਾ ਸਤਿਕਾਰਯੋਗ ਸਰਦਾਰ ਭਾਈ ਮਨਜੀਤ ਸਿੰਘ ਜੀ ਚੀਕੇ, ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਤੇ ਉਹਨਾਂ ਦੇ ਵਜ਼ੀਰ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਬਹੁਤ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ ਬਾਬਾ ਜੀ ਦੇ ਘਰ ਨਾਲ, ਸੰਗਤਾਂ ਨਾਲ। ਇਸ ਤਰ੍ਹਾਂ ਪਿਆਰ ਭਾਵ ਆਪਸ ਵਿੱਚ ਬਣਿਆ ਰਹੇ। ਸਾਰੀਆਂ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦਾ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।